ਜਲਾਲਪੁਰ ਭੱਟੀਆਂ ਦੀ ਸਾਈਡ ਵੱਲੋਂ ਜਾਈਏ ਹਾਫਜ਼ਾਬਾਦ ਸਭ ਤੋਂ ਪਹਿਲੇ ਆਉਂਦਾ ਹੈ ਕੋਟ ਸਰਵਰ ਇੰਟਰਚੇਂਜ ਨੂੰ ਲਿੰਕ ਕਰਨ ਵਾਲੇ ਰੋਡ ਦਾ ਬਾਈਪਾਸ ਔਰ ਉਸ ਦਾ ਨਕਸ਼ੇ ਤੋਂ ਪਤਾ ਲੱਗਦਾ ਹੈ ਕਿ ਸ਼ਹਿਰ ਹਾਫਜ਼ਾਬਾਦ ਵਿੱਚ ਵੀ ਬਹੁਤ ਵੱਡੀ ਤਬਦੀਲੀ ਹੋ ਗਈ ਹੈ। ਉਸ ਤੋਂ ਅੱਗੇ ਥੋੜੇ ਜਿਹੇ ਜਾਈਏ ਤੇ ਜਿੱਥੇ ਅੱਗੇ ਪਹਿਲੇ ਘੋੜਾ ਚੌਂਕ ਹੁੰਦਾ ਆ ਤੇ ਉੱਥੇ ਘੋੜੇ ਬਣੇ ਹੁੰਦੇ ਆ, ਹੁਣ ਉੱਥੇ ਇਸ ਤਬਦੀਲੀ ਤੋਂ ਪਤਾ ਪਿਆ ਲੱਗਦਾ ਹੈ ਉੱਥੇ ਹੁਣ ਵਾਈਟ ਪਰਲ ਚੌਂਕ ਦਾ ਇੱਕ ਨਾਂ ਦੇ ਦਿੱਤਾ ਗਿਆ ਹੈ। ਨਾਂ ਕਿਸ ਤੋਂ ਵਾਈਟ ਪਰਲ ਚੌਂਕ ਦਾ ਦਿੱਤਾ ਗਿਆ ਕਿ ਇਹ ਜ਼ਿਲ੍ਹਾ ਬਾਸਮਤੀ ਚਾਵਲਾਂ ਦਾ ਇੱਕ ਜ਼ਿਲ੍ਹਾ ਹੈ। ਅੰਦਰੂਨੇ ਸ਼ਹਿਰ ਜਾਵੀਏ ਤੇ ਪਤਾ ਲੱਗਦਾ ਹੈ ਵੀ ਡਿਸਟ੍ਰਿਕਟ ਬਾਰ ਦਾ ਇਲੈਕਸ਼ਨ ਦੀ ਜਿਹੜਾ ਗਹਿਮਾ ਗਹਿਮੀ ਉਹ ਆਪਣੇ ਅਰੂਜ ਤੇ ਵੀ ਹਰ ਜਗ੍ਹਾ ਹਰ ਪਾਸੇ ਫਲੈਕਸ ਹੀ ਫਲੈਕਸਾਂ ਨੇ ਉਹ ਚੱਲਿਆ। ਇਹ ਤੇ ਤੁਸੀਂ ਸਾਨੂੰ ਦੱਸੋ ਇਹ ਇਲੈਕਸ਼ਨ ਜਿਹੜਾ ਤੁਹਾਡਾ ਵਕੀਲਾਂ ਦਾ ਇੱਕ ਬਾਹਰ ਦੀ ਹੱਥ ਆ ਕਿ ਨਾ ਤੇ ਇਸ ਆਵਾਮ ਨੇ ਵੋਟ ਪਾਣੇ ਨੇ, ਤੁਸੀਂ ਤੇ ਫਲੈਕਸਾਂ ਇੰਜ ਲਾ ਦਿੱਤੀਆਂ ਨੇ ਜਿਵੇਂ ਇਹਨਾਂ ਆਵਾਮ ਨੇ ਵੀ ਤੁਹਾਨੂੰ ਵੋਟ ਪਾ ਕੇ ਇੱਕ ਮੁੰਤਖਬ ਕਰਨੇ ਵੀ ਤੁਸੀਂ ਬੜੇ ਵੱਡੇ ਕੋਈ ਸਦਾਰਤੀ ਅਹੁਦੇ ਦਾ ਹਲਫ ਉਠਾਉਣਾ। ਦਰੂਨੇ ਸ਼ਹਿਰ ਰੇਲਵੇ ਫਾਟਕ ਦੇ ਕੋਲ ਅਸੀਂ ਪੜ੍ਹੇ ਹਾਂ, ਉੱਥੇ ਵੇਖਿਆ ਕਿ ਆ ਲਿਫਟਰ ਇੱਕ ਗੱਡੀ ਚੁੱਕੀ ਲਿਆਉਂਦਾ ਹੈ। ਵਜੂਹਾਤ ਦਾ ਤਾਂ ਨਹੀਂ ਪਤਾ ਲੇਕਿਨ ਕਿਆਸ ਰਾਈਆਂ ਇੱਥੋਂ ਮਾਲੂਮ ਹੁੰਦੀਆਂ ਕਿ ਇਹਨਾਂ ਗਲਤ ਪਾਰਕਿੰਗ ਕੀਤੀ ਹੈ, ਇਸ ਵਜ੍ਹਾ ਤੋਂ ਪੁਲਿਸ ਵਾਲੇ ਇਹ ਗੱਡੀ ਚੁੱਕ ਕੇ ਲਈ ਜਾਂਦੇ ਨੇ। ਤੇ ਤੁਹਾਡੇ ਅੱਗੇ ਵੀ ਅਰਜ਼ ਹੈ ਕਿ ਆਪਣਾ ਮੋਟਰਸਾਈਕਲ ਤੇ ਗੱਡੀ ਆਪਣੀ ਸਹੀ ਜਗ੍ਹਾ ਤੇ ਪਾਰਕਿੰਗ ਕੀਤਾ ਕਰੋ ਤੇ ਇਹ ਨਾ ਹੋਵੇ ਤੁਹਾਡੇ ਨਾਲ ਵੀ ਇੱਕਦਾਂ ਇਹ ਹਾਲ ਹੋਇਆ ਪਿਆ ਹੋਵੇ। ਮੌਕੇ ਤੇ ਰੇਲਵੇ ਫਾਟਕ ਤੇ ਅਸੀਂ ਪਹੁੰਚੇ ਹਾਂ, ਵੇਖਿਆ ਅੱਗੋਂ ਰੇਲਵੇ ਫਾਟਕ ਬੰਦ ਤੇ ਟ੍ਰੇਨ ਦੇ ਇੰਤਜ਼ਾਰ ਦੇ ਵਿੱਚ ਮੈਂ ਆਪਣੇ ਮੋਟਰਸਾਈਕਲ ਤੋਂ ਲੈ ਕੇ ਜਲਦੀ ਰੇਲ ਦੀ ਪਟੜੀ ਦੇ ਕੋਲ ਪਹੁੰਚ ਗਿਆ ਵੀ ਜਿੱਥੋਂ ਇਹ ਰੇਲ ਗੁਜ਼ਰਨੇ ਵੀ ਰੇਲ ਦਾ ਨਜ਼ਾਰਾ ਚੈੱਕ ਕਰੀਏ, ਵੇਖੀਏ ਵੀ ਰੇਲ ਕਿਵੇਂ ਗੁਜ਼ਰਦੀ ਹੈ। ਬਾਨਾ ਤੇ ਸਾਨੂੰ ਨਸੀਬ ਨਹੀਂ ਹੋ ਸਕਿਆ ਲੇਕਿਨ ਵੇਖ ਤੇ ਸਕੀਏ ਨਾ। ਜਿਸ ਟਾਈਮ ਕਾਲੇ ਕੀ ਮੰਡੀ ਦੇ ਸਾਈਡ ਵੱਲੋਂ ਟ੍ਰੇਨ ਆਈ ਹੈ ਤੇ ਆ ਲੰਡਾ ਬਾਜ਼ਾਰ ਦੇ ਵਿੱਚੋਂ ਗੁਜ਼ਰੀ ਹੈ, ਮੈਂ ਤੇ ਸਮਝਿਆ ਵੀ ਇਹ ਜਿਹੜੀ ਟ੍ਰੇਨ ਹੈ ਇਹ ਲੰਡਾ ਬਾਜ਼ਾਰ ਵਿੱਚ ਚੁੱਕ ਕੇ ਲੈ ਜਾਣੀ ਹੈ ਜਿਤਨੀ ਇਸ ਦੀ ਹਵਾ ਹੈ। ਲੇਕਿਨ ਆਵਾਮ ਠੋ ਭੱਜ ਕੇ ਅਗਾ ਪਿਛਾ ਹੋਈ ਤੇ ਆ ਚੰਡੀ ਵਾਲਾ ਭਾਈ ਇੱਕ ਚੰਡੀ ਲਹਿਰਾਂਦਾ ਹੋਇਆ ਵੀ ਅਗਾ ਖੈਰੀ ਸਲਾਮਤੀ ਗੁਜ਼ਰ ਜਾਓ। ਉੱਥੋਂ ਗੁਜ਼ਰ ਕੇ ਅਗਲੇ ਜਾ ਕੇ ਸਟੇਸ਼ਨ ਤੇ ਹਾਫਜ਼ਾਬਾਦ ਖਲੋ ਗਈ ਹੈ। ਉੱਥੇ ਕੋਈ ਮੁਸਾਫਰ ਲਾਏ ਵੇ ਦੀ ਤੇ ਕੋਈ ਨਵੇਂ ਭਾਵੇ ਦੀ ਤੇ ਫਿਰ ਉਸ ਦੀ ਮੰਜ਼ਿਲ ਅਗਾ ਹੋ ਰਹੀ। ਸਾਰੀਆਂ ਰੁਕਾਵਟਾਂ ਅਬੂਰ ਕਰਤੇ ਹੋਏ ਪਾਸਪੋਰਟ ਦਫ਼ਤਰ ਖੈਰੀ ਸਲਾਮਤੀ ਪਹੁੰਚ ਗਏ ਹਾਂ। ਤੁਹਾਨੂੰ ਪਤਾ ਮੁਲਕੀ ਹਾਲਾਤ ਬੜੇ ਖ਼ਰਾਬ ਨੇ, ਹਰ ਦੂਸਰੇ ਬੰਦੇ ਦਾ ਦਿਲ ਇਹ ਹੁੰਦਾ ਕਿ ਅਸੀਂ ਕਿਸੇ ਯੂਰਪੀ ਕੰਟਰੀ ਵਿੱਚ ਜਾਈਏ ਤੇ ਆਪਣੇ ਘਰ ਦੇ ਹਾਲਾਤ ਜਿਹੜੇ ਨੇ ਉਹ ਦਰੁਸਤ ਕਰੀਏ। दुरुस्त सोने मिठे मेरा अल्लाह ने करने ने पर अपनी कोशिश जारी रखे ते हुकूमत कसर को ने छड्डनी। जिले हाफजाबाद विच पासपोर्ट दफ्तर दा जिहड़ा क्याम है वो 26 मार्च 2011 नूं रहमान मलक ने वफाकी वज़ीर दाखिला ने उसका इफ्तिताह किया है ते मलक फयाज अहमद अवान उस टाइम पीपल पार्टी की तरफों MP है, उन्होंने दी एक कोशिश नाल इत्थे हाफजाबाद एक पासपोर्ट दफ्तर का क्याम होए। असी जिस टाइम पहुँचे हाँ तो उत्थे मुल्क का जायजा ला के वेखे सारे यंग जनरेशन नौजवान छोर सारे अपने मुस्तकबिल के चक्रां विच इत्थे धक्के खांदे पे ने ते कोई किसी की सुनवाई नहीं हो रही ते एजेंटां दियां मौजां लगियां आईयां ਜਿਹੜੇ ਉੱਥੇ ਬਾਹਰ ਏਜੰਟ ਨੇ ਇਹਨਾਂ ਦੀਆਂ ਮੌਜਾਂ ਲੱਗੀਆਂ, ਇਹਨਾਂ ਨੂੰ ਪੈਸੇ ਦਿਓ ਆਪਣਾ ਡਾਇਰੈਕਟ ਕੰਮ ਕਰਵਾਓ ਪਾਸਪੋਰਟ ਬਣਵਾਓ ਤੇ ਰਾਹ ਪਾਓ ਵੇਲੇ ਨਾਲ। ਪਾਸਪੋਰਟ ਦਫ਼ਤਰ ਹਾਲਾਤ ਇੰਜ ਦੇ ਨੇ ਕਿਸੇ ਦਾ ਸ਼ਾਲਾ ਜਾਣੂ ਹੋਵੇ ਨਜਾਣੂ ਬੰਦਾ ਉੱਥੇ ਫਸ ਨਾ ਜਾਵੇ। ਉਹਨਾਂ ਤੇ ਉੱਥੇ ਕਾਗਜ਼ਾਤ ਪੂਰੇ ਕਰਦੇ ਦਿਲ ਚਾਹਵੇ ਤਾਂ ਉਹ 6 ਮਹੀਨੇ ਇਸ ਵਿੱਚ ਗੁਜ਼ਰ ਜਾਣ। ਜੀ ਅੱਜ ਤੁਹਾਡਾ ਸ਼ਨਾਖਤੀ ਕਾਰਡ ਕੋਈ ਨਹੀਂ, ਅੱਜ ਤੁਹਾਡਾ ਫਲਾਣੇ ਦਾ ਕੋਈ ਨਹੀਂ, ਅੱਜ ਫਲਾਣੇ ਦਾ ਕੋਈ ਨਹੀਂ, ਅੱਜ ਫਲਾਣਾ ਕੋਈ ਨਹੀਂ ਚੀਜ਼, ਅੱਜ ਫਲਾਣੀ ਚੀਜ਼ ਲਿਆਓ। ਅਗਰ ਕੋਈ ਕਿਸੇ ਦਾ ਹੱਥ ਪਾਉਂਦਾ ਹੋਵੇ ਫਿਰ ਵੈਦ ਇੱਕ ਸ਼ਨਾਖਤੀ ਕਾਰਡ ਤੇ ਵੀ ਪਾਸਪੋਰਟ ਤੁਹਾਡਾ ਬਣ ਜਾਵੇਗਾ। ਲਿਓ ਲੈ ਕੇ ਉੱਤੋਂ ਤੱਕ ਸਾਡੇ ਮੁਲਕ ਦਾ ਨਿਜ਼ਾਮ ਇਸੇ ਤਰ੍ਹਾਂ ਹੈ। ਤਰਕੜੇ ਬੰਦੇ ਦਾ ਜਿੱਥੇ ਵੀ ਹੱਥ ਪਵੇ ਉਹ ਆਪਣਾ ਕੰਮ ਲੈ ਜਾਂਦਾ ਹੈ। ਮਾੜਾ ਬੰਦਾ ਤੇ ਮਸਕੀਨ ਬਗੈਰ ਰਿਸ਼ਵਤ ਤੋਂ ਸਿਫਾਰਿਸ਼ ਤੋਂ ਉਹ ਜ਼ਲੀਲ ਤੇ ਧੱਕੇ ਹੀ ਖਾਂਦਾ ਹੈ। ਫਿਰ ਉਹਨੂੰ ਨਸੀਹਤਾਂ ਦਿੰਦੇ ਨੇ ਵੀ ਜਾਂ ਸਾਡੇ ਲਈ ਸਿਫਾਰਿਸ਼ ਲਿਆ ਤੇ ਜਾਂ ਸਾਨੂੰ ਪੈਸੇ ਵਿਖਾ ਤੇ ਸਾਡਾ ਮੂਡ ਬਣੇ। ਤੇ ਫਿਰ ਹੁੰਦਾ ਇੰਜ
ਜੇ ਉਹ ਹੀ ਮਾੜਾ ਬੰਦਾ ਕਿਸੇ ਬੰਦੇ ਦੀ ਸਿਫਾਰਿਸ਼ ਕਰਾ ਲਿਆਵੇ ਤੇ ਫਿਰ ਉਸ ਦਾ ਉਲਟੀਆਂ ਵੀ ਰੜਕਾਂ ਕੱਢਦੇ ਨੇ।